ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪੋ ਪਿਆਰੀ ਸਤ ਸੰਗਤ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਆਪਾਂ ਜਿਸ ਵਿਸ਼ੇ ਤੇ ਅੱਜ ਗੱਲ ਕਰਨੀ ਹੈ ਉਹ ਵਿਸ਼ਾ ਇਹ ਹੈ ਕਿ ਚਿੰਤਾ, ਟੈਨਸ਼ਨ, ਕ੍ਰੋਧ, ਗੁੱਸਾ, ਘਮੰਡ, ਹੰਕਾਰ, ਲਾਲਚ ਤੋਂ ਛੁਟਕਾਰਾ ਕਿਵੇਂ ਪਾਈਏ। ਆਪਾਂ ਕਿਹੜੇ ਉਚਾਰਕ ਕੰਮ ਕਰੀਏ ਜਿਹਦੇ ਨਾਲ ਇਹ ਚਾਰੇ ਜਿਹੜੀਆਂ ਭੈੜੀਆਂ ਭਿਆਨਕ ਬਿਮਾਰੀਆਂ ਨੇ ਉਹ ਹਮੇਸ਼ਾ ਕੰਟਰੋਲ ਦੇ ਵਿੱਚ ਆ ਜਾਣ। ਅੱਜ ਇਸੇ ਵਿਸ਼ੇ ਤੇ ਆਪਾਂ ਗੱਲ ਕਰਨੀ ਹੈ ਤੇ ਗੱਲ ਨੂੰ ਆਪਾਂ ਇਸੇ ਤਰੀਕੇ ਨਾਲ ਤੁਹਾਨੂੰ ਸਮਝਾਉਣਾ ਹੈ ਕਿ ਕੱਲੀ ਕੱਲੀ ਗੱਲ ਸਮਝਾਵੇਗੀ, ਕਿਉਂਕਿ ਬਹੁਤ ਸਟੀਕ ਉਦਾਹਰਨ ਹੈ। ਅੱਜ ਉਦਾਹਰਨ ਦੇ ਨਾਲ ਸਮਝਾਉਣਾ ਹੈ। ਪਰ ਇਸ ਵਿਸ਼ੇ ਤੇ ਸਾਂਝ ਪਾਉਣ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ, ਚੰਗੀ ਲੱਗੇ ਤੇ ਮਿੱਤਰਾਂ ਸੱਜਣਾਂ ਨਾਲ ਸਾਂਝੀ ਵੀ ਜ਼ਰੂਰ ਕਰਨਾ। ਤੇ ਹੁਣ ਆਪਾਂ ਸਮਾਂ ਨਾ ਗਵਾਉਂਦੇ ਹੋਏ ਸਿੱਧਾ ਪਹਿਲਾਂ ਆਪਾਂ ਮੁੱਦੇ ਲਾਉਣੇ ਹਾਂ। ਪਹਿਲਾਂ ਤੁਹਾਨੂੰ ਉਦਾਹਰਨ ਦਿੰਨੇ ਹਾਂ ਤਾਂ ਕਿ ਵਧੀਆ ਤਰੀਕੇ ਨਾਲ ਤੁਹਾਨੂੰ ਇੱਕ ਗੱਲ ਸਮਝਾ ਸਕੇ। ਕਹਿੰਦੇ ਨੇ ਕਿ ਇੱਕ ਦੇਸ਼ ਦਾ ਰਾਜਾ ਸੀ, ਉਹਨੇ ਬਹੁਤ ਵਧੀਆ ਸ਼ੌਂਕ ਪਾਲੇ ਹੋਏ ਸਨ ਤੇ ਇੱਕ ਉਹਦਾ ਸ਼ੌਂਕ ਇਹ ਸੀ ਕਿ ਬਹੁਤ ਚੰਗੀ ਨਸਲ ਦੇ ਘੋੜੇ ਉਹਦੇ ਅਸਤਬਲ ਦੇ ਵਿੱਚ ਹੋਣ, ਉਸਦੇ ਤਬੇਲਿਆਂ ਦੇ ਵਿੱਚ ਹੋਣ। ਤੇ ਉਹ ਇੱਕ ਦਿਨ ਸ਼ਿਕਾਰ ਕਰਨ ਗਿਆ ਆਪਣੇ ਵਜ਼ੀਰਾਂ ਦੇ ਨਾਲ, ਆਪਣੀਆਂ ਫੌਜਾਂ ਦੇ ਨਾਲ, ਤੇ ਜੰਗਲ ਦੇ ਵਿੱਚ ਦੇਖਦਾ ਹੈ ਜਾ ਕੇ ਕਿ ਚਾਰ ਘੋੜੇ ਨੇ। ਘੋੜੇ ਬੜੇ ਅਥਰੇ ਨੇ, ਬੜੇ ਸ਼ਰਾਰਤੀ ਜਿਹੀ ਕਿਸਮ ਦੇ ਉਹ ਘੋੜੇ ਨੇ। ਪਰ ਰਾਜੇ ਨੂੰ ਘੋੜਿਆਂ ਦਾ ਰੰਗ ਰੂਪ, ਘੋੜਿਆਂ ਦਾ ਜੁੱਸਾ ਪਸੰਦ ਆ ਗਿਆ। ਉਸਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ ਕਿ ਕੁਛ ਵੀ ਕਰੋ, ਇਹ ਘੋੜੇ ਅੱਜ ਆਪਣੇ ਅਸਤਬਲ ਦੇ ਵਿੱਚ ਹੋਣੇ ਚਾਹੀਦੇ ਨੇ ਤੇ ਮੈਂ ਇਹਨਾਂ ਦੀ ਸਵਾਰੀ ਕਰਕੇ ਅਸਤਬਲ ਤੱਕ ਜਾਣਾ ਹੈ। ਉਸਨੇ ਆਪਣੇ ਚੋਟੀ ਦੇ ਜਿਹੜੇ ਘੋੜਿਆਂ ਦੇ ਮਾਹਰ ਸਨ ਉਹਨਾਂ ਨੂੰ ਕਿਹਾ ਕਿ ਉਹ ਜਾ ਕੇ ਘੋੜਿਆਂ ਨੂੰ ਫੜਨ। ਹਰ ਕੋਈ ਜਾਵੇ ਤੇ ਘੋੜੇ ਤਾਂ ਕਿਸੇ ਨੂੰ ਵੀ ਹੱਥ ਤੱਕ ਨਾ ਲਾਉਂਦੇ ਨੇ, ਉਹਨਾਂ ਦੀ ਪਿੱਠ ਤੇ ਬੈਠਣਾ ਤਾਂ ਬਹੁਤ ਦੂਰ ਦੀ ਗੱਲ ਸੀ। ਇੱਕ ਇੱਕ ਕਰਕੇ ਜਿਹੜੇ ਸਾਰੇ ਸੇਵਕ ਨੇ, ਜਿਹੜੇ ਘੋੜਿਆਂ ਦੇ ਮਾਹਰ ਸੀ, ਉਹ ਨਿਰਾਸ਼ ਹੋ ਕੇ ਵਾਪਸ ਆ ਗਏ। ਰਾਜੇ ਨੇ ਵੀ ਹਿਸਾਬ ਕਿਤਾਬ ਲਾ ਲਿਆ ਕਿ ਇਹ ਘੋੜੇ ਬਹੁਤ ਅਥਰੇ ਨੇ, ਬੜੇ ਜ਼ਿਆਦਾ ਸ਼ਰਾਰਤੀ ਨੇ, ਇਹਨਾਂ ਐ ਨਹੀਂ ਸਮਝਣਾ। ਉਸਨੇ ਇਲਾਕੇ ਦੇ ਵਿੱਚ ਐਲਾਨ ਕਰਵਾ ਦਿੱਤਾ ਕਿ ਇਹ ਚਾਰੇ ਘੋੜੇ ਰਾਜੇ ਦੇ ਬਹੁਤ ਪਸੰਦੀਦਾ ਨੇ ਤੇ ਜਿਹੜਾ ਬੰਦਾ ਇਹਨਾਂ ਦੀ ਸਵਾਰੀ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਇਸ ਲਾਇਕ ਬਣਾ ਲਵੇਗਾ ਕਿ ਰਾਜਾ ਇਹਨਾਂ ਦੀ ਸਵਾਰੀ ਕਰਨ ਯੋਗ ਹੋਵੇ, ਉਸ ਨੂੰ ਮੂੰਹ ਮੰਗਿਆ ਇਨਾਮ ਮਿਲੇਗਾ। ਬਹੁਤ ਸਾਰੀਆਂ ਉਸ ਨੂੰ ਜਿਹੜੀਆਂ ਹੈ ਸੋਨੇ ਦੀਆਂ ਮੋਹਰਾਂ ਮਿਲਣਗੀਆਂ। ਇਲਾਕੇ ਦੇ ਬਹੁਤ ਸਾਰੇ ਲੋਕ ਆਏ, ਪਰ ਘੋੜਿਆਂ ਨੂੰ ਵੇਖ ਕੇ ਹੱਥ ਜੋੜ ਕੇ ਵਾਪਸ ਚਲੇ ਜਾਇਆ ਕਰਨ। ਤੇ ਇਸੇ ਤਰ੍ਹਾਂ ਚੱਲਦਿਆਂ ਇੱਕ ਬੰਦਾ ਆਇਆ, ਬਹੁਤੀ ਉਮਰ ਦਾ ਨਹੀਂ ਸੀ, 25-26 ਸਾਲਾਂ ਦਾ ਨੌਜਵਾਨ ਸੀ। ਉਸਨੇ ਫੈਸਲਾ ਕਰ ਲਿਆ ਕਿ ਇਹ ਘੋੜਿਆਂ ਨੂੰ ਸਿੱਧੇ ਰਾਹ ਮੈਂ ਪਾਵਾਂਗਾ। ਉਸਨੇ ਰਾਜੇ ਦੇ ਕੋਲ ਜਾ ਕੇ ਕਿਹਾ ਕਿ ਇਹਨਾਂ ਨੂੰ ਮੈਂ ਸਾਰਾ ਕੁਝ ਕਰ ਜ਼ਰੂਰ ਦਿਆਂਗਾ, ਜਿਹੜਾ ਕੁਝ ਤੁਹਾਡੀ ਇੱਛਾ ਹੈ ਉਸੇ ਮੁਤਾਬਕ ਹੀ ਚੱਲਣਗੇ, ਪਰ ਮੇਰੀਆਂ ਕੁਝ ਸ਼ਰਤਾਂ ਹਨ। ਰਾਜੇ ਨੇ ਕਿਹਾ, ਮੈਨੂੰ ਤੇਰੀਆਂ ਸ਼ਰਤਾਂ ਕਬੂਲ ਨੇ, ਜਿਹੜੀਆਂ ਵੀ ਤੇਰੀਆਂ ਸ਼ਰਤਾਂ ਨੇ, ਪਰ ਫਿਰ ਵੀ ਤੂੰ ਦੱਸ ਦੇ ਤੇਰੀਆਂ ਸ਼ਰਤਾਂ ਹਨ ਕੀ। ਤਾਂ ਉਸ ਨੌਜਵਾਨ ਨੇ ਕਿਹਾ ਕਿ ਇੱਕ ਤਾਂ ਇਹ ਕਿ ਮੈਂ 1 ਸਾਲ ਇਹਨਾਂ ਘੋੜਿਆਂ ਦੇ ਲਈ ਇੱਕ ਵੱਖਰਾ ਅਸਤਬਲ ਮੈਨੂੰ ਚਾਹੀਦਾ ਹੈ ਤੇ ਉਹ ਅਸਤਬਲ ਮੈਨੂੰ ਤੁਸੀਂ ਬਣਾ ਕੇ ਦਿਓਗੇ। ਦੂਜਾ, ਮੇਰਾ ਰਹਿਣ ਸਹਿਣ ਦਾ ਖਰਚਾ ਤੁਸੀਂ ਚੱਕੋਗੇ। ਰਾਜਾ ਕਿਹਾ, ਇਹ ਤਾਂ ਕੋਈ ਵੀ ਵੱਡੀਆਂ ਸ਼ਰਤਾਂ ਨਹੀਂ, ਬਹੁਤ ਮਾਮੂਲੀ ਸ਼ਰਤਾਂ ਨੇ, ਇਹ ਤੇਰੀਆਂ ਮੈਂ ਅੱਜ ਹੀ ਪੂਰੀਆਂ ਕਰਵਾ ਦੇਣਾ। ਉਸ ਨੌਜਵਾਨ ਨੇ ਉਸ ਰਾਜੇ ਦੇ ਕੁਝ ਸਿਪਾਹੀ ਲਏ ਤੇ ਧੱਕੇ ਧੁੱਕੇ ਨਾਲ ਉਹਨਾਂ ਨੂੰ ਉਸ ਅਸਤਬਲ ਦੇ ਵਿੱਚ ਲੈ ਆਇਆ। ਪਰ ਉਹਨੇ ਹੁਕਮ ਦਿੱਤਾ ਉਹਨਾਂ ਸੇਵਕਾਂ ਨੂੰ ਕਿ ਇਹਨਾਂ ਘੋੜਿਆਂ ਨੂੰ ਬੰਨਣਾ ਨਹੀਂ, ਉਹਨਾਂ ਨੂੰ ਖੁੱਲੇ ਛੱਡ ਦਿਓ ਤੇ ਕੱਲ ਤੋਂ ਇਹਨਾਂ ਦੀ ਮੈਂ ਟ੍ਰੇਨਿੰਗ ਸ਼ੁਰੂ ਕਰਾਂਗਾ। ਹੁਣ ਕੀ ਹੋਵੇ, ਉਸ ਨੌਜਵਾਨ ਨੇ ਉੱਥੇ ਹੀ ਕਮਰਾ ਲੈ ਲਿਆ ਨਾਲ ਘੋੜਿਆਂ ਦੇ ਅਸਤਬਲ, ਤੇ ਬਾਕੀ ਅੱਗੇ ਪਿੱਛੇ ਉਸਦੇ ਖੁੱਲੀ ਥਾਂ 4 ਚੁਫੇਰੇ ਇੱਕ ਉਸਨੇ ਕੰਧ ਕਢਵਾ ਲਈ ਸੀ। ਸਵੇਰੇ ਉੱਠ ਕੇ ਉਹ ਭੱਜਿਆ ਕਰੇ ਤੇ ਘੋੜੇ ਵੀ ਉਹਦੇ ਨਾਲ, ਉਹ ਵੇਖਿਆ ਕਰੇ ਘੋੜਿਆਂ ਨੂੰ ਕਿ ਉਹ ਉਹਦੇ ਨਾਲ ਭੱਜਦੇ ਨੇ ਕਿ ਨਹੀਂ। ਥੋੜੇ ਦਿਨ ਉਹਨੂੰ ਬਹੁਤ ਸਾਰੇ ਲੋਕਾਂ ਹੈਰਾਨ ਹੋ ਕੇ ਵੇਖਿਆ ਕਿ ਇਹਨੇ ਤਾਂ ਘੋੜਿਆਂ ਨੂੰ ਟ੍ਰੇਨਿੰਗ ਦੇਣੀ ਸੀ, ਇਹ ਤਾਂ ਆਪ ਭੱਜਣ ਲੱਗ ਪੈਂਦਾ ਹੈ। ਪਰ ਇਹ ਸਿਲਸਿਲਾ ਕਈ ਮਹੀਨੇ ਚੱਲਦਾ ਰਿਹਾ। ਹੌਲੀ ਹੌਲੀ ਘੋੜੇ ਵੀ ਭੱਜਣ ਲੱਗੇ ਤੇ ਕਰਾ ਕੇ ਇੱਕ ਦਿਨ ਉਹ ਆ ਗਿਆ। 1 ਸਾਲ ਦੇ ਬਾਅਦ ਜਦੋਂ ਘੋੜੇ ਸਾਰੇ ਸਵਾਰੀ ਕਰਨ ਦੇ ਯੋਗ ਹੋ ਗਏ, ਉਸ ਤੋਂ ਪਹਿਲਾਂ ਬਹੁਤ ਵਾਰੀ ਉਸ ਨੌਜਵਾਨ ਦੀਆਂ ਸ਼ਿਕਾਇਤਾਂ ਰਾਜੇ ਦੇ ਕੋਲ ਕਈਆਂ ਨੇ ਕੀਤੀਆਂ। ਰਾਜੇ ਨੇ ਉਹ ਗੱਲ ਅਣਗੌਲੀ ਕਰ ਦਿੱਤੀ, ਕਿਉਂਕਿ ਰਾਜੇ ਨੇ ਕਿਹਾ ਸੀ, ਰਾਜੇ ਨੂੰ ਉਸ ਨੌਜਵਾਨ ਨੇ ਕਿਹਾ ਸੀ ਕਿ 1 ਸਾਲ ਦੀ ਮੋਹਲਤ ਚਾਹੀਦੀ ਹੈ। ਤੇ ਸਾਲ ਬਾਅਦ ਉਸ ਨੌਜਵਾਨ ਨੇ ਰਾਜੇ ਨੂੰ ਖਤ ਭੇਜ ਦਿੱਤਾ, ਚਿੱਠੀ ਭੇਜ ਦਿੱਤੀ, ਜਾਂ ਕਹਿ ਲਓ ਬੁਲਾਵਾ ਭੇਜ ਦਿੱਤਾ ਕਿ ਆ ਜਾਓ, ਸਵਾਰੀ ਕਰ ਲਓ। ਰਾਜਾ ਆਇਆ, ਉਸਨੇ ਬੜੇ ਪਿਆਰ ਸਤਿਕਾਰ ਨਾਲ ਆ ਕੇ ਉਸ ਨੌਜਵਾਨ ਨੂੰ ਆਪਦੇ ਗੱਲ ਲਾਇਆ ਤੇ ਕਿਹਾ ਕਿ ਮੈਂ ਸਵਾਰੀ ਫੇਰ ਕਰਾਂਗਾ, ਪਹਿਲਾਂ ਮੈਨੂੰ ਉਹ ਕੱਲੀ ਕੱਲੀ ਗੱਲ ਦੱਸ ਜਿਹਦੇ ਨਾਲ ਤੂੰ ਇੰਨੇ ਜ਼ਿਆਦਾ ਅਥਰੇ ਘੋੜਿਆਂ ਨੂੰ, ਇੰਨੇ ਜ਼ਿਆਦਾ ਸ਼ਰਾਰਤੀ ਘੋੜਿਆਂ ਨੂੰ ਤੂੰ ਆਪਦੇ ਕਾਬੂ ਦੇ ਵਿੱਚ ਕਰ ਲਿਆ। ਤਾਂ ਉਹ ਨੌਜਵਾਨ ਕਹਿੰਦਾ, ਦੇਖੋ ਇਹ ਕੋਈ ਬਹੁਤੀ ਔਖੀ ਗੱਲ ਨਹੀਂ ਸੀ। ਪਹਿਲਾਂ ਮੈਂ ਇਹਨਾਂ ਨੂੰ ਖੁੱਲੇ ਛੱਡ ਦਿੰਦਾ ਰਿਹਾ, ਮੈਂ ਆਪ ਭੱਜਣ ਲੱਗ ਜਾਣਾ ਤੇ ਇਹਨਾਂ ਨੇ ਮੈਨੂੰ ਵੇਂਹਦੇ ਰਿਹਾ ਕਰਨਾ। ਮੈਨੂੰ ਇਹ ਸੀ ਕਿ ਇਹਨਾਂ ਦਾ ਮਨ ਦੇ ਵਿੱਚੋਂ ਡਰ ਨਿਕਲੇ।
ਇਹ ਘੋੜਿਆਂ ਨੂੰ ਇਹ ਸੀ ਕਿ ਅਸੀਂ ਇਹਨਾਂ ਨੂੰ ਗੁਲਾਮ ਬਣਾਉਣਾ ਹੈ। ਪਰ ਜਦੋਂ ਇਹਨਾਂ ਨੇ ਮੈਨੂੰ ਵੇਖਿਆ ਕਿ ਮੈਂ ਵੀ ਭੱਜ ਰਿਹਾ ਤਾਂ ਇਹਨਾਂ ਦੇ ਮਨ ਵਿੱਚੋਂ ਇਹ ਚੀਜ਼ ਨਿਕਲ ਗਈ। ਫਿਰ ਹੌਲੀ ਹੌਲੀ ਇਹ ਵੀ ਭੱਜਣ ਲੱਗੇ। ਜਦੋਂ ਮੈਂ ਭੱਜਿਆ ਕਰਨਾ, ਇਹਨਾਂ ਮੈਨੂੰ ਵੇਖ ਕੇ ਖਰੂਦ ਪਾਇਆ ਕਰਨਾ। ਇਹਨਾਂ ਦੀ ਤੇ ਮੇਰੀ ਹੌਲੀ ਹੌਲੀ ਮਿੱਤਰਤਾ ਹੁੰਦੀ ਗਈ। ਫਿਰ ਮੈਂ ਇਹਨਾਂ ਨੂੰ ਕਦੇ ਕਦਾਈ ਹੱਥ ਲਾ ਲਿਆ ਕਰਨਾ, ਇਹਨਾਂ ਨੇ ਮੇਰਾ ਗੁੱਸਾ ਨਾ ਮੰਨਣਾ। ਫਿਰ ਜਦੋਂ ਮੈਂ ਭੱਜਣ ਲੱਗਿਆ ਕਰਨਾ ਤਾਂ ਇਹਨਾਂ ਦੀ ਪਿੱਠ ਦੇ ਉੱਤੇ ਕਾਠੀਆਂ ਰੱਖ ਦਿਆ ਕਰਨੀਆਂ। ਪਹਿਲੇ ਪਹਿਲ ਤਾਂ ਇਹ ਕਾਠੀਆਂ ਸੁੱਟ ਦਿੰਦੇ, ਪਰ ਫਿਰ ਇਹ ਕਾਠੀਆਂ ਲੈ ਕੇ ਭੱਜਣ ਲੱਗ ਪਏ। ਫਿਰ ਮੈਂ ਭੱਜਿਆ ਕਰਨਾ ਤੇ ਇਹਨਾਂ ਵੀ ਮੇਰੇ ਨਾਲ ਭੱਜਿਆ ਕਰਨਾ, ਤੇ ਜਦੋਂ ਇਹਨਾਂ ਨੇ ਭੱਜ ਕੇ ਵਾਪਸ ਆ ਜਾਣਾ, ਖੜ ਜਾਇਆ ਕਰਨਾ, ਤਾਂ ਮੈਂ ਇਹਨਾਂ ਦੀ ਜਿਹੜੀ ਪਿੱਠ ਤੇ ਕਾਠੀ ਰੱਖੀ ਹੁੰਦੀ ਸੀ ਉਹਨਾਂ ਦੇ ਉੱਤੇ ਵਾਰੀ-ਵਾਰੀ ਬੈਠ ਜਾਇਆ ਕਰਦਾ ਸੀ। ਭਾਵ ਮੈਂ ਇਹਨਾਂ ਨੂੰ ਆਦਤ ਪਾ ਰਿਹਾ ਸੀ ਕਿ ਕਿਵੇਂ ਮਨੁੱਖ ਨੂੰ ਆਪਦੀ ਪਿੱਠ ਤੇ ਬਿਠਾਉਣਾ। ਤੇ ਫਿਰ ਹੌਲੀ ਹੌਲੀ ਜਦੋਂ ਇਹਨਾਂ ਨੂੰ ਇਹ ਚੀਜ਼ਾਂ ਦਾ ਡਰ ਨਿਕਲ ਗਿਆ, ਇਹ ਮਿੱਤਰ ਬਣ ਗਏ ਮੇਰੇ, ਤਾਂ ਫਿਰ ਮੈਂ ਇਹਨਾਂ ਨੂੰ ਲੈ ਕੇ ਭਜਾਉਣ ਲੱਗਾ। ਤਾਂ ਅੱਜ ਤੁਹਾਡੇ ਅਸਤਬਲ ਦੇ ਵਿੱਚ, ਸ਼ਾਇਦ ਤੁਹਾਡੇ ਸ਼ਾਹੀ ਘੋੜਿਆਂ ਦੇ ਵਿੱਚ ਵੀ ਕੋਈ ਘੋੜਾ ਨਾ ਹੋਵੇ ਜਿਹੜਾ ਇਹਨਾਂ ਦਾ ਮੁਕਾਬਲਾ ਕਰ ਸਕਦਾ ਹੋਵੇ। ਇਸ ਕਿਸਮ ਦੇ ਘੋੜੇ ਬਣ ਗਏ। ਹੁਣ ਇਹ ਤਾਂ ਚਲੋ ਇੱਕ ਕਹਾਣੀ ਸੀ, ਆਪਾਂ ਇਸ ਤੋਂ ਕਿਵੇਂ ਲੈਣਾ ਹੈ। ਚਿੰਤਾ ਵੀ ਇੱਕ ਘੋੜਾ ਹੈ, ਕ੍ਰੋਧ ਵੀ ਇੱਕ ਘੋੜਾ ਹੈ, ਘਮੰਡ ਵੀ ਇੱਕ ਘੋੜਾ ਹੈ, ਲਾਲਚ ਵੀ ਇੱਕ ਘੋੜਾ ਹੈ। ਇਹ ਉਹ ਘੋੜੇ ਨੇ ਜਿਹੜੇ ਅਥਰੇ ਨੇ, ਜਿਨ੍ਹਾਂ ਦਾ ਕੰਟਰੋਲ ਅੱਜ ਸਾਡੇ ਕੋਲੇ ਨਹੀਂ, ਪਰ ਇੱਕ ਇੱਕ ਕਰਕੇ ਆਪਾਂ ਲੈ ਸਕਦੇ ਹਾਂ ਤਰੀਕੇ ਦੇ ਨਾਲ। ਉਹ ਕਿਵੇਂ? ਜੇ ਆਪਾਂ ਚਿੰਤਾ ਕਰਨੀ ਛੱਡ ਦਈਏ। ਚਿੰਤਾ ਕਰਨੀ ਤਾਂ ਕਿਸੇ ਮੁਸ਼ਕਲ ਦਾ ਹੱਲ ਨਹੀਂ ਹੈ ਨਾ। ਮੁਸ਼ਕਲ ਦਾ ਹੱਲ ਤਾਂ ਇਹ ਹੈ ਕਿ ਉਸ ਮੁਸ਼ਕਲ ਪ੍ਰਤੀ ਚਿੰਤਨ ਕਰਨਾ, ਬਹਿ ਕੇ ਸੋਚਣਾ, ਵਿਚਾਰਨਾ ਕਿ ਮੈਂ ਇਹਦਾ ਹੱਲ ਕਿਵੇਂ ਕੱਢਾਂ। ਇਹ ਚਿੰਤਾ ਹੁੰਦੀ ਕਿਉਂ? ਆਪੇ ਚਿੰਤਾ ਮੁਕਤ ਤੁਸੀਂ ਹੋ ਜਾਵੋਗੇ। ਦੂਜੀ ਗੱਲ ਕੀ ਹੈ? ਦੂਜਾ ਅਥਰਾ ਘੋੜਾ ਆਪਣੇ ਨਾਲ ਸੰਬੰਧਿਤ ਕਿਹੜਾ ਹੈ? ਗੁੱਸਾ। ਗੁੱਸਾ ਕਿਸੇ ਹੋਰ ਦਾ ਨੁਕਸਾਨ ਕਰੇ ਨਾ ਕਰੇ, ਉਸ ਇਨਸਾਨ ਦਾ ਨੁਕਸਾਨ ਪੱਕਾ ਕਰੇਗਾ ਜਿਸ ਨੂੰ ਗੁੱਸਾ ਆਉਂਦਾ ਹੈ। ਮਨੁੱਖ ਆਪਣਾ ਲੱਖਾਂ ਕਰੋੜਾਂ ਦਾ ਨੁਕਸਾਨ ਕਰ ਲੈਂਦਾ ਹੈ ਗੁੱਸੇ ਦੇ। ਕੁਝ ਹੱਦ ਤੱਕ ਗੁੱਸਾ ਠੀਕ ਹੈ। ਹਾਂ, ਤੁਹਾਡੇ ਤੇ ਕੋਈ ਜ਼ੁਲਮ ਕਰ ਰਿਹਾ, ਤੁਹਾਡੇ ਸਾਹਮਣੇ ਕਿਸੇ ਤੇ ਕੋਈ ਜ਼ੁਲਮ ਹੋ ਰਿਹਾ, ਤਾਂ ਤੁਹਾਡਾ ਗੁੱਸਾ ਆਉਣਾ ਜਾਇਜ਼ ਹੈ, ਪਰ ਇੱਕ ਹੱਦ ਤੱਕ। ਇਹ ਨਾ ਹੋਵੇ ਕਿ ਇਸ ਗੁੱਸੇ ਦੇ ਵਿੱਚ ਆਪਾਂ ਫਿਰ ਆਪਣਾ ਨੁਕਸਾਨ ਕਰ ਲਈਏ। ਇਸ ਗੁੱਸੇ ਨੂੰ ਹਥਿਆਰ ਬਣਾ ਕੇ ਵਰਤਣਾ ਸਿੱਖਣਾ। ਇਸ ਘੋੜੇ ਤੇ ਜੇ ਲਗਾਮ ਪਾਵਾਂਗੇ ਤਾਂ ਹੀ ਆਪਣੀ ਕੰਟਰੋਲ ਚ ਆਵੇਗਾ। ਤੀਜੀ ਗੱਲ, ਹੰਕਾਰ, ਘਮੰਡ। ਇਹ ਕੰਮ ਮੈਂ ਕਰ ਸਕਦਾ ਹਾਂ, ਇਸ ਨੂੰ ਫਖਰ ਕਹਿੰਦੇ ਨੇ, ਗਰਵ ਕਹਿੰਦੇ ਨੇ। ਪਰ ਇਹ ਕੰਮ ਸਿਰਫ ਤੇ ਸਿਰਫ ਮੈਂ ਹੀ ਕਰ ਸਕਦਾ ਹਾਂ, ਇਸ ਨੂੰ ਘਮੰਡ ਕਹਿੰਦੇ ਨੇ, ਹੰਕਾਰ ਕਹਿੰਦੇ ਨੇ। ਸੋ ਇਸ ਗੁੱਸੇ ਦੇ ਘੋੜੇ ਤੇ, ਇਸ ਹੰਕਾਰ ਦੇ ਘੋੜੇ ਤੇ ਤਰੀਕੇ ਨਾਲ ਕਾਠੀ ਪਾਉਣੀ ਹੈ। ਜਦੋਂ ਸਮਝ ਗਏ ਨਾ ਕਿ ਇਹ ਕੰਮ ਹਰ ਕੋਈ ਕਰ ਸਕਦਾ ਹੈ, ਮੈਂ ਵੀ ਕਰ ਲੈਣਾ ਹਾਂ ਵਧੀਆ, ਤੇ ਬਹੁਤ ਲੋਕ ਨੇ, ਕਰੋੜਾਂ ਲੋਕ ਨੇ ਜਿਹੜਾ ਮੇਰੇ ਤੋਂ 100 ਗੁਣਾ ਵਧੀਆ ਕਰ ਸਕਦੇ ਨੇ, ਉਦੋਂ ਆਪੇ ਹੰਕਾਰ ਆਪਣਾ ਜਿਹੜਾ ਹੈ ਕੰਟਰੋਲ ਚ ਆ ਜਾਵੇਗਾ। ਤੇ ਚੌਥੀ ਚੀਜ਼ ਹੈ ਜਿਹੜੀ ਕੰਟਰੋਲ ਚ ਕਰਨੀ ਹੈ, ਉਹ ਹੈ ਲਾਲਚ। ਲਾਲਚ ਵੀ ਦੋ ਤਰ੍ਹਾਂ ਦਾ ਹੈ, ਚੰਗਾ ਲਾਲਚ ਤੇ ਬੁਰਾ ਲਾਲਚ। ਕਈ ਕਹਿੰਦੇ ਨੇ ਜੀ ਚੰਗਾ ਲਾਲਚ ਕਿਹੜਾ? ਚੰਗਾ ਲਾਲਚ ਉਹ ਹੈ ਕਿ ਮੈਨੂੰ ਲਾਲਚ ਹੋਵੇ ਵੱਧ ਪਾਠ ਕਰਨ ਦਾ, ਮੈਨੂੰ ਗੁਰੂ ਘਰ ਜਾਣ ਦਾ ਲਾਲਚ ਹੋਵੇ, ਮੈਨੂੰ ਚੰਗੇ ਚੰਗੇ ਕੰਮ ਕਰਨ ਦਾ ਲਾਲਚ ਹੋਵੇ, ਮੈਨੂੰ ਪ੍ਰਭੂ ਦੀ ਉਸਤਤ ਕਰਨ ਦਾ ਲਾਲਚ ਹੋਵੇ ਮੈਨੂੰ ਕਮਾਈ ਕਰਨ ਦਾ, ਚੰਗੀ ਕਮਾਈ, ਸ਼ੁੱਧ ਕਮਾਈ ਕਰਨ ਦਾ। ਤੇ ਬੁਰਾ ਲਾਲਚ ਕੀ ਹੈ? ਬੁਰਾ ਲਾਲਚ ਹੈ ਪੈਸੇ ਕਮਾਉਣੇ ਆ, ਧੱਕੇ ਨਾਲ ਕਮਾਉਣੇ ਆ, ਜੋ ਮਰਜ਼ੀ ਮੈਨੂੰ ਹੱਥ ਕੰਡੇ ਅਪਣਾਉਣੇ ਪੈਣ, ਜਿੰਨਾ ਮਰਜ਼ੀ ਮੈਂ ਕਿਸੇ ਦਾ ਨੁਕਸਾਨ ਕਰਾਂ, ਪਰ ਮੈਂ ਪੈਸੇ ਕਮਾਉਣੇ। ਇਹ ਬੁਰਾ ਲਾਲਚ ਹੈ। ਹੋਰ ਵੀ ਬੜੀਆਂ ਵਾਸਨਾਵਾਂ ਦੇ ਲਾਲਚ ਹਨ, ਇਸ ਤਰ੍ਹਾਂ ਹੀ ਬੁਰਾ ਲਾਲਚ। ਸੋ ਲਾਲਚ ਨੂੰ ਸਮਝ ਕੇ ਚੰਗੇ ਤੇ ਬੁਰੇ ਨੂੰ, ਪਹਿਲੀ ਗੱਲ ਤਾਂ ਜਦੋਂ ਲਾਲਚ ਨੂੰ ਹੀ ਸਮਝ ਗਏ, ਉਦੋਂ ਲਾਲਚ ਦੇ ਉੱਤੇ ਕਾਠੀ ਪੈ ਗਈ, ਲਾਲਚ ਦਾ ਕੰਟਰੋਲ ਹੋ ਗਿਆ। ਇਹੀ ਤਰੀਕਾ ਹੈ ਹਰੇਕ ਚੀਜ਼ ਨੂੰ ਆਪਦੇ ਹੱਥ ਵੱਸ ਕਰਨ ਦਾ। ਉਹਨੂੰ ਸਮਝ ਲਓ ਕਿ ਇਹ ਸਾਰੀਆਂ ਚੀਜ਼ਾਂ ਬੰਦੇ ਦੇ ਦਿਮਾਗ ਤੋਂ ਚੱਲਦੀਆਂ ਨੇ, ਤੇ ਬੰਦੇ ਦੇ ਦਿਮਾਗ ਨੇ ਇਹਨਾਂ ਦੀ ਕਾਠੀ ਪਾਉਣੀ ਹੈ ਤਰੀਕੇ ਦੇ ਨਾਲ ਸਮਝ ਕੇ।